ਹੈਲੋ ਸਟੂਡੈਂਟਸ, ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਆਪਣਾ ਟੌਪਿਕ ਚੱਲ ਰਿਹਾ ਹੈ ਪੋਲੀਨੋਮੀਅਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜ਼ੀਰੋਜ਼ ਆਫ ਪੋਲੀਨੋਮੀਅਲ। ਪੋਲੀਨੋਮੀਅਲ ਦੀਆਂ ਜ਼ੀਰੋਜ਼ ਕੀ ਹੁੰਦੀਆਂ ਨੇ, ਜ਼ੀਰੋਜ਼ ਆਫ ਪੋਲੀਨੋਮੀਅਲ। ਸਭ ਤੋਂ ਪਹਿਲਾਂ ਦੇਖੋ, ਜੇ ਆਪਾਂ ਇੱਕ ਪੋਲੀਨੋਮੀਅਲ ਲੈ ਲੈਂਦੇ ਆ px, ਪੋਲੀਨੋਮੀਅਲ ਇਜ਼ 2x square plus 2x cube and x square minus 2x minus 1। ਇੱਥੇ ਦੇਖੋ ਆਪਾਂ ਨੇ ਇੱਕ ਪੋਲੀਨੋਮੀਅਲ ਲੈ ਲਿਆ ਤੇ ਪੋਲੀਨੋਮੀਅਲ ਦੇ ਵਿੱਚ ਦੇਖੋ ਜੇ ਆਪਾਂ x ਦੀ ਥਾਂ ਤੇ ਕੋਈ ਵੈਲਿਊ ਭਰਦੇ ਆ ਆਪਣੇ ਕੋਲੋਂ, ਮੰਨ ਲਓ ਆਪਾਂ x ਦੀ ਥਾਂ ਤੇ ਭਰ ਦਿੰਦੇ ਆ 1। ਜਦੋਂ ਜਿੱਥੇ ਵੀ ਇਹਦਾ ਮਤਲਬ ਸੀ ਜਿੱਥੇ ਵੀ ਪੋਲੀਨੋਮੀਅਲ ਦੇ ਵਿੱਚ x ਆ ਉੱਥੇ ਆਪਾਂ ਲਿਖਾਂਗੇ 1। ਤਾਂ ਦੇਖੋ ਵੀ 2 ਦੀ x ਦੀ ਥਾਂ ਤੇ ਆਪਾਂ ਲਿਖਤਾ 1 ਦੀ ਪਾਵਰ 3 ਐਂਡ 1 ਦੀ ਪਾਵਰ 2 ਮਾਈਨਸ 2 ਮਲਟੀਪਲਾਈ ਬਾਈ 1 ਮਾਈਨਸ 1। ਇਹਨਾਂ ਨੂੰ ਸੋਲਵ ਕਰਾਂਗੇ। 1 ਦੀ ਕਿਊਬ 1 ਮਲਟੀਪਲਾਈ ਬਾਈ 2 ਇਜ਼ 2, ਦੈਨ ਸਕੁਅਰ ਆਫ 1 ਇਜ਼ 1 ਮਾਈਨਸ 2 ਮਾਈਨਸ 1। 2 minus 2, 2 plus 1 is 3 and minus 1 and minus 2 is also 3. Here we get 0. ਤਾਂ ਦੇਖੋ ਵੀ ਜਦੋਂ ਆਪਾਂ ਨੇ ਪੋਲੀਨੋਮੀਅਲ ਦੇ ਵਿੱਚ x ਦੀ ਵੈਲਿਊ ਭਰੀ 1 ਤਾਂ ਪੋਲੀਨੋਮੀਅਲ ਨੂੰ ਜਦੋਂ ਆਪਾਂ ਨੇ ਸੋਲਵ ਕੀਤਾ ਤਾਂ ਸੋਲਵ ਕਰਕੇ ਪੋਲੀਨੋਮੀਅਲ ਦੀ ਵੈਲਿਊ ਆ ਗਈ 0। ਤਾਂ ਹੁਣ ਆਪਾਂ ਕਹਿ ਸਕਦੇ ਹਾਂ 1 is the zero of polynomial px। ਉਹ ਵਾਲਾ ਨੰਬਰ ਜਿਹਨੂੰ ਆਪਾਂ ਪੋਲੀਨੋਮੀਅਲ ਦੇ ਵਿੱਚ ਵੇਰੀਏਬਲ ਦੀ ਥਾਂ ਤੇ ਜਦੋਂ ਭਰ ਦਿੰਨੇ ਆ, ਫਿਲ ਕਰ ਦਿੰਨੇ ਆ, ਤਾਂ ਉਹ ਪੋਲੀਨੋਮੀਅਲ ਦੀ ਵੈਲਿਊ ਆ ਜਿਹੜੀ ਸੋਲਵ ਹੋ ਕੇ 0 ਬਣ ਜਾਂਦੀ ਆ। ਤਾਂ ਉਸ ਨੰਬਰ ਨੂੰ ਕਹਿੰਦੇ ਨੇ ਜ਼ੀਰੋ ਆਫ ਏ ਪੋਲੀਨੋਮੀਅਲ। ਤੇ ਇਹ ਸੀ ਆਪਣਾ ਵੀ ਨਵਾਂ ਟੌਪਿਕ ਤੇ ਅੱਜ ਦੇ ਇਸ ਟੌਪਿਕ ਦੇ ਵਿੱਚ ਆਪਾਂ ਜ਼ੀਰੋਜ਼ ਨੂੰ ਡਿਸਕਸ ਕਰਾਂਗੇ ਵੀ ਪੋਲੀਨੋਮੀਅਲ ਦੀਆਂ ਜ਼ੀਰੋਜ਼ ਕੀ ਹੁੰਦੀਆਂ ਨੇ। ਤੇ ਇੱਕ ਚੀਜ਼ ਦਾ ਹੋਰ ਖਿਆਲ ਰੱਖਿਓ ਵੀ ਸਪੈਸ਼ਲੀ ਜਿਵੇਂ ਦੇਖੋ ਵੀ ਇਹ ਪੋਲੀਨੋਮੀਅਲ ਆਪਾਂ ਨੇ ਲਿਆ ਸੀ ਪਾਵਰ 3, ਜਿਵੇਂ ਆਪਾਂ ਪਹਿਲਾਂ ਗੱਲ ਕਰੀ ਆ, ਇਹ ਹੈਗਾ ਹੈ ਕਿਊਬਿਕ। ਤੇ ਜੇ ਆਪਾਂ ਕੋਈ ਕਿਊਬਿਕ ਪੋਲੀਨੋਮੀਅਲ ਲੈਂਦੇ ਆ ਤਾਂ ਉਹਦੀਆਂ ਪੋਸੀਬਲ ਨੰਬਰ ਆਫ ਜ਼ੀਰੋਜ਼ ਵੀ 3 ਹੀ ਹੋਣਗੀਆਂ, ਕਿਉਂਕਿ ਦੇਖੋ ਇਹਦੀ ਡਿਗਰੀ ਹੈਗੀ ਆ 3। ਇਹਦਾ ਮਤਲਬ ਇਹ ਪੋਲੀਨੋਮੀਅਲ ਦੇ ਲਈ ਆਪਾਂ ਨੂੰ ਇਦਾਂ ਦੇ 3 ਨੰਬਰ ਮਿਲਣਗੇ ਜਿਨ੍ਹਾਂ ਨੂੰ ਇੱਥੇ ਭਰਨ ਦੇ x ਦੀ ਥਾਂ ਤੇ ਭਰਨ ਦੇ ਨਾਲ, ਜਿਵੇਂ ਇੱਥੇ x ਦੀ ਥਾਂ ਤੇ 1 ਭਰਿਆ ਸੀ ਨਾ, ਇਦਾਂ ਦੇ 3 ਨੰਬਰ ਹੋਣਗੇ ਜਿਹਨੂੰ x ਦੀ ਥਾਂ ਤੇ ਭਰਾਂਗੇ ਤੇ ਇਹ ਪੋਲੀਨੋਮੀਅਲ ਨੂੰ ਸੋਲਵ ਕਰਕੇ 0 ਆਊਗਾ। ਸਿਰਫ 3, ਨਾ 3 ਤੋਂ ਜ਼ਿਆਦਾ ਤੇ ਨਾ ਹੀ ਘੱਟ, ਕਿਉਂਕਿ ਇਹਦੀ ਡਿਗਰੀ ਹੈਗੀ ਆ 3 ਤੇ ਇਹਦੀਆਂ ਨੰਬਰ ਆਫ ਜ਼ੀਰੋਜ਼ ਵੀ ਹੋਣਗੀਆਂ 3। ਤੇ ਇਦਾਂ ਦੇ ਹੀ ਸਮ ਆਪਾਂ ਨੈਕਸਟ ਐਕਸਰਸਾਈਜ਼ ਦੇ ਵਿੱਚ ਕਰਾਂਗੇ। ਤੇ ਅੱਜ ਆਪਾਂ ਆਪਣੀ ਇੱਕ ਐਕਸਰਸਾਈਜ਼ ਕਰਨ ਜਾ ਰਹੇ ਹਾਂ 2.1 ਜ਼ੀਰੋਜ਼ ਆਫ ਪੋਲੀਨੋਮੀਅਲ। ਹਾਂ ਵੀ ਇਹ ਦੇਖੋ ਜੋ ਫਸਟ ਕੁਐਸਚਨ ਸੀ, ਫਸਟ ਕੁਐਸਚਨ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਹੈ ਫਾਈਂਡ ਦਾ ਵੈਲਿਊ ਆਫ ਪੋਲੀਨੋਮੀਅਲ। ਇੱਥੇ ਆਪਾਂ ਨੂੰ ਇੱਕ ਪੋਲੀਨੋਮੀਅਲ ਦਿੱਤਾ ਹੋਇਆ ਹੈ, ਆਪਾਂ ਲਿਖ ਲੈਂਦੇ ਹਾਂ ਪੋਲੀਨੋਮੀਅਲ px is equal to 5x minus 4x square plus 3। ਇਹ ਆਪਾਂ ਨੂੰ ਇੱਕ ਪੋਲੀਨੋਮੀਅਲ ਦਿੱਤਾ ਹੋਇਆ ਹੈ ਤੇ ਇਹਦੇ ਅੱਗੇ ਵੀ 3 ਪਾਰਟ ਨੇ। ਜਿਵੇਂ ਫਸਟ ਪਾਰਟ ਦੇ ਵਿੱਚ ਇਹ ਕਹਿੰਦੇ ਵੀ ਜੋ x ਆ ਨਾ, x ਦੀ ਵੈਲਿਊ ਆਪਾਂ ਭਰਨੀ ਆ 0। ਸੈਕੰਡ ਪਾਰਟ ਦੇ ਲਈ ਆਪਾਂ ਨੇ x ਦੀ ਵੈਲਿਊ ਭਰ ਕੇ ਦੇਖਣੀ ਆ 1 ਤੇ ਸੇਮ -1। ਤੇ ਥਰਡ ਪਾਰਟ ਦੇ ਵਿੱਚ ਆਪਾਂ ਨੇ x ਦੀ ਵੈਲਿਊ ਫਿਲ ਕਰਨੀ ਆ -2। ਤਾਂ ਹੁਣ ਦੇਖੋ ਸੇਮ ਉਵੇਂ ਵੀ ਜਿਵੇਂ ਆਪਾਂ ਹੁਣੇ ਟਰਾਈ ਵੀ ਕੀਤਾ ਸੀ 0 ਫਾਈਂਡ ਕਰਨ ਵੇਲੇ, ਆਪਾਂ ਨੇ ਸਿਰਫ ਕੀ ਕਰਨਾ ਹੈ, ਪੋਲੀਨੋਮੀਅਲ ਲੈਣਾ ਹੈ। ਪੋਲੀਨੋਮੀਅਲ ਦੇ ਵਿੱਚ ਫਸਟ ਪਾਰਟ ਦੇ ਲਈ x ਨੂੰ ਜਦੋਂ 0 ਭਰਾਂਗੇ, ਮਤਲਬ ਜਿੱਥੇ x ਆ ਆਪਾਂ ਨੇ x ਦੀ ਥਾਂ ਤੇ ਪੋਲੀਨੋਮੀਅਲ ਦੇ ਵਿੱਚ ਕੀ ਲਿਖ ਦੇਣਾ ਹੈ 0। ਤਾਂ ਦੇਖੋ ਆਪਣੇ ਕੋਲ ਆ ਗਿਆ 5 ਮਲਟੀਪਲਾਈ ਬਾਈ 0 ਮਾਈਨਸ 4 ਇੰਟੂ ਸਕੁਅਰ ਆਫ 0 ਪਲੱਸ 3। x ਦਾ ਸਕੁਅਰ ਸੀ ਤਾਂ ਆਪਾਂ ਇੱਥੇ 0 ਦਾ ਵੀ ਸਕੁਅਰ ਲਿਖ ਦਾਂਗੇ। ਸੇਮ ਵੀ 5 ਨੂੰ 0 ਨਾਲ ਮਲਟੀਪਲਾਈ ਕੀਤਾ 0, 0 ਨੂੰ 4 ਨਾਲ ਮਲਟੀਪਲਾਈ ਕੀਤਾ 0 ਪਲੱਸ 3 ਤੇ ਓਵਰਆਲ ਸੋਲਵ ਹੋ ਕੇ ਇਹਦੀ ਵੈਲਿਊ ਕਿੰਨੀ ਆ ਗਈ 3। ਬਿਲਕੁਲ ਸੇਮ ਹੀ ਸੈਕੰਡ ਪਾਰਟ ਜਦੋਂ ਸੋਲਵ ਕਰਾਂਗੇ ਉਹਦੇ 'ਚ ਆਪਣੇ ਕੋਲ x ਦੀ ਵੈਲਿਊ ਫਿਲ ਕਰਨ ਨੂੰ ਕਹੀ ਗਈ ਹੈ -1। ਤਾਂ ਹੁਣ ਆਪਾਂ ਨੇ ਪੋਲੀਨੋਮੀਅਲ ਦੇ ਵਿੱਚ x ਦੀ ਥਾਂ ਤੇ ਕੀ ਲਿਖ ਦੇਣਾ ਹੈ -1। ਦੇਖੋ ਜਿੱਥੇ ਵੀ x ਆ 5, x ਦੀ ਥਾਂ ਤੇ ਕੀ ਲਿਖਤਾ -1, ਅੱਗੇ -4 ਮਲਟੀਪਲਾਈ ਬਾਈ -1 ਦਾ ਸਕੁਅਰ ਤੇ ਲਾਸਟ ਟਰਮ ਦੇ ਵਿੱਚ ਸੀ ਪਲੱਸ ਦਾ 3। ਹੁਣ ਦੇਖੋ 5 ਨੂੰ -1 ਨਾਲ ਮਲਟੀਪਲਾਈ ਕਰਾਂਗੇ ਤਾਂ ਇਹ ਤਾਂ ਆ ਗਿਆ -5 ਤੇ -4
इनटू -1 का स्केयर, मतलब -1 का स्केयर का मतलब सी -1 ਨੂੰ -1 ਦੇ ਨਾਲ ਹੀ ਮਲਟੀਪਲਾਈ ਕਰਨਾ ਹੈ, ਤੇ ਬਣ ਗਿਆ +1 +3। ਹੁਣ ਦੇਖੋ -4 ਤੇ 1 ਨੂੰ ਮਲਟੀਪਲਾਈ ਕੀਤਾ ਤਾਂ ਇਹ ਆ ਜਾਊ -4 +3, ਦੋਨੇ ਨੈਗੇਟਿਵ ਟਰਮਸ ਸੋਲਵ ਹੋ ਕੇ ਬਣ ਗਈਆਂ -9 ਤੇ ਉਹਦੇ ਚ 3 ਪਲੱਸ ਕਰ ਦਾਂਗੇ ਤਾਂ ਓਵਰਆਲ ਰਿਜ਼ਲਟ ਸੋਲਵ ਹੋ ਕੇ ਆਪਣਾ ਆ ਗਿਆ -6। सेम इसी तरह भी हुण जो थर्ड पार्ट आपां सॉल्व करना है, इहदे च x की थां ते आपां ने -2 भर देना है पॉलीनोमियल दे विच। जदों x की थां ते आपां लिखांगे -2 तो देखो भी 5 मल्टीप्लाई बाय, एक मिनट भी जो अपना थर्ड पार्ट है ना उहदे च -2 नहीं +2 आ। x की थां ते आपां लिखांगे 2 -4 × 2 दा स्क्वायर एंड +3, 5 × 2 10 -4 मल्टीप्लाई बाय स्क्वायर ऑफ 2 4 + 3। देखो 2 का स्क्वायर मींस 2 मल्टीप्लाई बाय 2 4 आ गया सी तो आप ब्रैकेट दे विच लिखता 4। नैक्सट स्टैप दे विच 4 × 4 16 एंड +3, ये दोनों टर्म्स पॉजिटिव ने। 10 + 3 13 -16, 13 दे विचों 16 माइनस करांगे तो अपना आंसर आ गया -3। ਇਹ ਸੀ ਵੀ ਆਪਣੀ ਐਕਸਰਸਾਈਜ਼ ਦਾ ਫਸਟ ਕੁਐਸਚਨ ਜਿਹਦੇ ਚ ਇੱਕ ਪੋਲੀਨੋਮੀਅਲ ਦਿੱਤਾ ਹੋਇਆ ਸੀ ਤੇ ਉਹਦੀਆਂ ਆਪਾਂ ਨੇ ਵੈਲਿਊਜ਼ 0 -1 ਤੇ 2 ਭਰ ਕੇ ਚੈੱਕ ਕਰਨਾ ਸੀ, जो कि आंसर आए ने 3 -6 और -3। ਤੇ ਇੱਕ ਚੀਜ਼ ਹੋਰ ਵੀ ਦੇਖੋ, ਜਦੋਂ ਆਪਾਂ ਨੇ ਤਿੰਨੇ ਵੈਲਿਊਜ਼ ਇਹ ਪੋਲੀਨੋਮੀਅਲ ਦੇ ਵਿੱਚ ਭਰੀਆਂ ਤਾਂ ਕਿਸੇ ਦਾ ਵੀ ਆਨਸਰ 0 ਨਹੀਂ ਆਇਆ। ਇਹਦਾ ਮਤਲਬ ਇਹ ਤਿੰਨਾਂ ਦੇ ਵਿੱਚੋਂ ਕੋਈ ਵੀ ਵੈਲਿਊ ਆ ਜਿਹੜੀ ਉਸ ਪੋਲੀਨੋਮੀਅਲ ਦੀ 0 ਨਹੀਂ ਹੋਊਗੀ। ਇਸ ਤੋਂ ਬਾਅਦ ਵੀ ਸੇਮ ਕੁਐਸਚਨ ਨੰਬਰ 2, ਉਹਦੇ ਅੱਗੇ 4 ਪਾਰਟ ਨੇ, ਚਲੋ ਉਹਦੇ ਚੋਂ ਵੀ ਆਪਾਂ ਸੋਲਵ ਕਰ ਲਈਏ। नैक्सट क्वेश्चन नंबर 2, क्वेश्चन नंबर 2 ਦੇ ਵਿੱਚ ਆਪਾਂ ਨੇ ਵੈਲਿਊ ਫਾਈਂਡ ਕਰਨੀ ਆ p of 0 and p of 1 and p of 2। ਬਿਲਕੁਲ ਸੇਮ ਮਿਲਦਾ ਜੁਲਦਾ ਕੁਐਸਚਨ ਆ ਵੀ ਪਹਿਲੇ ਪਾਰਟ ਦੇ ਨਾਲ ਦਾ। ਪਹਿਲੇ ਵਾਲੇ ਪਾਰਟ ਦੇ ਵਿੱਚ ਵੀ ਆਪਾਂ ਨੇ x ਦੀਆਂ ਵੈਲਿਊਜ਼ ਭਰੀਆਂ ਸੀ, ਇੱਥੇ ਵੀ ਦੇਖੋ x ਦੀਆਂ ਵੈਲਿਊਜ਼ ਹੀ ਭਰਨੀਆਂ ਨੇ। ਚਲੋ ਆਪਾਂ ਫਸਟ ਕੁਐਸਚਨ ਦੇਖੀਏ। ਫਸਟ ਕੁਐਸਚਨ ਦੇ ਵਿੱਚ ਆਪਣੇ ਕੋਲ ਜੋ ਪੋਲੀਨੋਮੀਅਲ ਗਿਵਨ ਹੈਗਾ ਏ ਤੇ ਉਹ ਪੋਲੀਨੋਮੀਅਲ ਆ y² - y + 1। polynomial is py y² - y and +1। ਹੁਣ ਇਸ ਪੋਲੀਨੋਮੀਅਲ ਦੇ ਵਿੱਚ ਆਪਾਂ ਨੇ ਵੈਲਿਊਜ਼ ਫਿਲ ਕਰਨੀਆਂ। ਦੇਖੋ ਫਸਟ ਪਾਰਟ ਸੀ ਆਪਾਂ ਨੂੰ ਚਾਹੀਦਾ p of 0 ਤਾਂ ਜਦੋਂ ਆਪਾਂ ਕੰਪੇਅਰ ਕਰੀਏ ਦੇਖੋ ਇਹਦਾ ਮਤਲਬ y ਦੀ ਥਾਂ ਤੇ ਆਪਾਂ ਨੇ ਇੱਥੇ ਲਿਖਤਾ 0, ਜਿੱਥੇ ਵੀ y ਆ ਉੱਥੇ 0 ਲਿਖਾਂਗੇ ਤਾਂ ਇਹ ਤਾਂ ਦੇਖੋ ਬਿਲਕੁਲ ਕਲੀਅਰ ਆ। 0 - 0 0 ਐਂਡ +1 ਤੇ ਸੋਲਵ ਕਰਕੇ ਆਨਸਰ ਆ ਗਿਆ 1। ਸੇਮ ਸੈਕਿੰਡ ਪਾਰਟ ਦੇ ਵਿੱਚ ਜਿੱਥੇ ਵੀ x ਆ ਉਹ y ਆ ਉੱਥੇ ਆਪਾਂ ਲਿਖਣਾ ਹੈ 1 ਤੇ ਇੱਥੇ ਦੇਖੋ ਸਕੁਅਰ ਆਫ 1 -1 और +1, 1 - 1 +1, 1 + 1 2 और -1 सॉल्व करके अपना आंसर आ गया 1। सेम ही थर्ड पार्ट सी, इस पॉलीनोमियल दे विच ही आपां ने x दी थां ते वैल्यू फिल करनी है इस वारी 2 ਤੇ ਜਦੋਂ ਆਪਾਂ ਵੈਲਿਊ ਭਰਾਂਗੇ 2, ਜਿੱਥੇ ਵੀ y ਆ ਉੱਥੇ 2 ਲਿਖਿਆ ਜਾਊਗਾ। 2 raised to power 2 -2 and +1, 2 squared, 2 × 2 is 4 -2 और +1। देखो सेम साइन वाले टर्मां ने 4 and 1, 4 + 1 5, 1 2 माइनस कर देंगे देन आंसर इज 3। तो देखो भी ये हो गया अपना फर्स्ट पार्ट कंप्लीट। फर्स्ट पार्ट दे विच ए वाला पॉलीनोमियल गिवन सी। सेम ही भी जे आपां इहदा सैकेंड पार्ट देखिए, जो सैकेंड पार्ट आ उहदे च पॉलीनोमियल गिवन आ pt। इस बारी जो वेरीएबल आ भी वो यूज करया है t, इहदा मतलब पॉलीनोमियल t दे विच होऊगा ते पॉलीनोमियल सी 2 + t² 2t² -t³ ए 1 + 2 + t + 2t² -t³। देखो भी ये अपने को पॉलीनोमियल गिवन आ ਤੇ ਵੈਲਿਊਜ਼ ਕਿਹੜੀਆਂ ਫਾਈਂਡ ਕਰਨੀਆਂ ਨੇ ਉਹ ਆਪਾਂ ਨੂੰ ਸਟਾਰਟਿੰਗ ਦੇ ਵਿੱਚ ਗਿਵਨ ਆ। ਦੇਖੋ ਇਹ ਵਾਲੀਆਂ ਵੈਲਿਊਜ਼ ਹੀ ਹਰੇਕ ਪਾਰਟ ਦੇ ਵਿੱਚ ਆਪਾਂ ਸੋਲਵ ਕਰਨੀਆਂ ਨੇ। ਇਹਦਾ ਮਤਲਬ ਕੀ ਹੋਇਆ, ਹਰੇਕ ਪਾਰਟ ਦੇ ਵਿੱਚ ਜਿਹੜਾ ਵੀ ਵੇਰੀਏਬਲ ਹੋਊ, ਜਿਵੇਂ ਦੇਖੋ ਇੱਥੇ ਵੇਰੀਏਬਲ y ਯੂਜ਼ ਕੀਤਾ ਸੀ ਤਾਂ y ਦੀ ਵੈਲਿਊ ਆਪਾਂ ਨੇ 0 1 ਤੇ 2 ਪੁੱਟ ਕਰਤੀ ਸੀ। ਇੱਥੇ ਵੇਰੀਏਬਲ t ਯੂਜ਼ ਕੀਤਾ ਹੈ ਤੇ y ਦੀ ਵੈਲਿਊ ਆਪਾਂ ਨੇ 0 1 ਔਰ 2 ਹੀ ਫਿਲ ਕਰਨੀ ਆ ਤੇ ਤਿੰਨੇ ਵਾਰੀ ਸੋਲਵ ਕਰਨਾ ਹੈ। ਸਭ ਤੋਂ ਪਹਿਲਾਂ ਦੇਖੋ ਪੋਲੀਨੋਮੀਅਲ ਦੇ ਵਿੱਚ t ਦੀ ਥਾਂ ਤੇ ਜੇ ਆਪਾਂ 0 ਭਰ ਦਿੰਨੇ ਆ ਤਾਂ ਆਪਣੇ ਕੋਲ ਆ ਗਿਆ 2 + 0 + 2 × 0 - 0।
ਤੇ ਦੇਖੋ ਵੀ ਤਿੰਨੋਂ ਟਰਮਸ ਦੇ ਵਿੱਚ 0 ਮਲਟੀਪਲਾਈ ਹੋ ਕੇ ਇਹ ਸਾਰੀਆਂ ਟਰਮਾਂ ਨੇ ਤਾਂ 0 ਹੀ ਬਣ ਜਾਣਾ ਹੈ 0 + 2 ਦੈਨ ਆਨਸਰ ਆਫ ਫਸਟ ਪਾਰਟ ਇਜ਼ 2 ਤੇ ਸੇਮ ਵੀ ਸੈਕੰਡ ਪਾਰਟ ਦੇ ਲਈ ਹੁਣ ਆਪਾਂ ਨੇ ਪੋਲੀਨੋਮੀਅਲ ਦੇ ਵਿੱਚ ਜਿੱਥੇ t ਆ t ਦੀ ਥਾਂ ਤੇ ਆਪਾਂ ਨੇ ਇਸ ਵਾਰੀ ਵੈਲਿਊ ਫਿਲ ਕਰਨੀ ਹੈ 1 ਕਿਉਂਕਿ ਆਪਾਂ ਨੇ p ਆਫ 1 ਫਾਈਂਡ ਕਰਨਾ ਹੈ ਤੇ ਜਦੋਂ 1 ਫਿਲ ਕਰਾਂਗੇ ਤੇ ਆਪਣੇ ਕੋਲ ਆ ਜਾਊਗਾ 2 + 1 square of 1 and cube 2 + 1 plus 2 into 1 the square 1 and cube of 1 is also 1 2 + 1 plus 2 multiply by 1 2 and -1 positive numbers ਇੱਥੇ ਆਪਾਂ ਕੈਨਸਲ ਵੀ ਕਰ ਸਕਦੇ ਦੇਖੋ ਇੱਕ 1 ਪਲੱਸ ਦਾ ਤੇ ਇੱਕ 1 ਮਾਈਨਸ ਦਾ 2 + 2 then answer is 4 ਅਗੇਨ ਹੁਣ ਆਪਾਂ ਨੇ p ਦੀ ਵੈਲਿਊ t ਦੀ ਵੈਲਿਊ ਫਿਲ ਕਰਨੀ ਹੈ ਇਹਦੇ ਵਿੱਚ 2 ਜੇ x ਦੀ ਥਾਂ ਤੇ 2 ਭਰਾਂਗੇ 2 plus t ਦੀ ਵੈਲਿਊ 2 ਨੈਕਸਟ 2 ਦੇ ਨਾਲ ਮਲਟੀਪਲਾਈ ਹੋਊਗਾ 2 ਦਾ ਸਕੁਅਰ ਮਾਈਨਸ ਐਂਡ ਕਿਊਬ ਆਫ 2 2 + 2 ਪਹਿਲਾਂ ਆਪਾਂ ਟਰਮ ਸੋਲਵ ਕਰ ਲਈ ਪੂਰੀ ਦੇਖੋ 2 ਦਾ ਸਕੁਅਰ ਕਰਾਂਗੇ 2 ਨੂੰ 2 ਨਾਲ ਮਲਟੀਪਲਾਈ ਕਰਾਂਗੇ ਤਾਂ ਬਣ ਜਾਊਗਾ 4 ਅਗੇਨ 4 ਨੂੰ ਫਿਰ ਇਹ ਵਾਲੇ 2 ਨਾਲ ਮਲਟੀਪਲਾਈ ਕੀਤਾ 8 same cube of 2 2 the cube means 2 multiply 2 multiply 2 it is 8 then -8 ਇੱਥੇ ਫਿਰ ਇੱਕ 8 plus ਇੱਕ minus cancel ਹੋ ਜਾਊਗਾ ਤੇ ਆਨਸਰ ਸੋਲਵ ਹੋ ਕੇ ਆ ਗਿਆ 4 ਇਹ ਸੀ ਵੀ ਆਪਣਾ ਸੈਕੰਡ ਕੁਐਸਚਨ ਦਾ ਸੈਕੰਡ ਪਾਰਟ ਬਿਲਕੁਲ ਸੇਮ ਐਵੇਂ ਤੁਸੀਂ ਥਰਡ ਪਾਰਟ ਵੀ ਸੋਲਵ ਕਰ ਸਕਦੇ ਹੋ ਬਿਲਕੁਲ ਈਜ਼ੀ ਆ ਥਰਡ ਪਾਰਟ ਦੇ ਵਿੱਚ ਜੋ ਆਪਾਂ ਨੂੰ ਪੋਲੀਨੋਮੀਅਲ ਹੈਗਾ ਹੈ px ਉਹ ਆਪਾਂ ਨੂੰ ਦਿੱਤਾ ਹੋਇਆ ਹੈ x² ਤਾਂ ਦੇਖੋ ਮੈਨੂੰ ਲੱਗਦਾ ਤੁਹਾਨੂੰ ਬਿਲਕੁਲ ਕਲੀਅਰ ਹੋ ਤੁਸੀਂ ਕੀ ਕਰਨਾ ਹੈ ਜਿੱਥੇ x ਆ x ਦੀ ਥਾਂ ਤੇ ਤੁਸੀਂ ਲਿਖ ਦੇਣਾ ਹੈ 1 ਤੇ ਫਿਰ 2 ਤੇ ਉਸ ਤੋਂ ਬਾਅਦ 3 ਇਸ ਤੋਂ ਬਾਅਦ ਵੀ ਜਿਹੜਾ ਇਹਦਾ ਥਰਡ ਇੱਥੇ ਵੀ ਕਿਊਬ ਆ ਚਲੋ ਸੇਮ ਕਿਊਬ ਹੋ ਜਾਊਗਾ ਇਸ ਤੋਂ ਬਾਅਦ ਵੀ ਜੋ ਲਾਸਟ ਪਾਰਟ ਆ ਉਹਦੇ ਚ ਆਪਣੇ ਕੋਲ ਦਿੱਤਾ ਹੋਇਆ px फोर्थ ਦੇ ਵਿੱਚ x - 1 and x + 1 फोर्थ ਪਾਰਟ ਦੇ ਵਿੱਚ ਤੇ ਵੀ ਸੇਮ ਉਮੀ ਜਿੱਥੇ x ਆ x ਦੀ ਵੈਲਿਊ ਆਪਾਂ ਭਰ ਦਾਂਗੇ 0 ਤੇ ਫਿਰ x ਦੀ ਵੈਲਿਊ ਭਰ ਦਾਂਗੇ 1 ਤੇ x ਦੀ ਵੈਲਿਊ ਭਰ ਦਾਂਗੇ 2 ਤੇ ਸੋਲਵ ਕਰਕੇ ਜੋ ਵੀ ਆਨਸਰ ਆਉਣਗੇ ਉਹ ਬੜੇ ਆਰਾਮ ਨਾਲ ਤੁਸੀਂ ਲਿਖ ਸਕਦੇ ਹੋ ਚਲੋ ਹੁਣ ਆਪਾਂ ਵਧਦੇ ਹਾਂ ਅੱਗੇ ਆਪਣੇ ਕੁਐਸਚਨ ਨੰਬਰ 3 ਦੇ ਵੱਲ ਨੈਕਸਟ ਕੁਐਸਚਨ ਨੰਬਰ 3 ਥਰਡ ਕੁਐਸਚਨ ਦੇ ਵਿੱਚ ਆਪਾਂ ਨੂੰ ਕੀ ਕਿਹਾ ਗਿਆ ਹੈ ਵੈਰੀਫਾਈ ਵੈਦਰ ਦਾ ਫੋਲੋਇੰਗਸ ਆਰ ਦਾ ਜ਼ੀਰੋਜ਼ ਆਫ ਪੋਲੀਨੋਮੀਅਲ ਇੰਡੀਕੇਟਡ ਅਗੇਂਸਟ them ਹਰੇਕ ਪਾਰਟ ਦੇ ਵਿੱਚ ਆਪਾਂ ਨੂੰ ਇੱਕ ਪੋਲੀਨੋਮੀਅਲ ਦਿੱਤਾ ਹੋਇਆ ਤੇ ਉਹਦੇ ਨਾਲ ਇੱਕ x ਦੀ ਵੈਲਿਊ ਜਾਂ ਕਹ ਲਓ ਉਹਦੇ ਵੇਰੀਏਬਲ ਦੀ ਵੈਲਿਊ ਦਿੱਤੀ ਹੋਈ ਆ ਤੇ ਆਪਾਂ ਨੇ ਚੈੱਕ ਕਰਨੀ ਆ ਕਿ ਉਹ ਵੈਲਿਊ ਉਹਦੀ 0 ਹੈਗੀ ਆ ਜਾਂ ਨਹੀਂ ਦੇਖੋ 0 ਆਪਾਂ ਨੂੰ ਪਤਾ ਕਦੋਂ ਹੋਊਗੀ ਜਦੋਂ ਆਪਾਂ ਪੋਲੀਨੋਮੀਅਲ ਦੇ ਵਿੱਚੋਂ ਵੇਰੀਏਬਲ ਦੀ ਵੈਲਿਊ ਭਰ ਲਾਂਗੇ ਤੇ ਜੇ ਸੋਲਵ ਕਰਕੇ ਪੋਲੀਨੋਮੀਅਲ ਦੀ ਵੈਲਿਊ ਓਵਰਆਲ ਵੈਲਿਊ 0 ਆ ਗਈ ਦੈਨ that value is 0 ਚਲੋ ਆਪਾਂ ਸੋਲਵ ਕਰਦੇ ਹਾਂ ਕੁਝ ਨਵਾਂ ਨਹੀਂ ਵੀ ਬਿਲਕੁਲ ਸੇਮ ਜੋ ਆਪਾਂ ਨੇ ਫਸਟ ਤੇ ਸੈਕੰਡ ਪਾਰਟ ਦੇ ਵਿੱਚ ਕੀਤਾ ਹੈ ਬਿਲਕੁਲ ਸੇਮ ਹੀ ਥਰਡ ਪਾਰਟ ਦੇ ਵਿੱਚ ਕਰਨਾ ਹੈ ਪਰ ਹੁਣ ਆਪਾਂ ਨੇ ਇਹ ਫਾਈਂਡ ਕਰਨਾ ਹੈ ਆਪਾਂ ਨੇ ਉਹ ਵਾਲਾ ਆਨਸਰ ਦੇਖਣਾ ਹੈ ਜਿਹਨੂੰ ਸੋਲਵ ਕਰਕੇ ਪੋਲੀਨੋਮੀਅਲ ਦੀ ਵੈਲਿਊ ਐਂਡ ਦੇ ਵਿੱਚ 0 ਆ ਜਾਵੇ ਦੇਖੋ ਫਸਟ ਕੁਐਸਚਨ ਸੀ ਆਪਣੇ ਕੋਲ ਫਸਟ ਪਾਰਟ ਦੇ ਵਿੱਚ ਥਰਡ ਕੁਐਸਚਨ ਦੇ ਫਸਟ ਪਾਰਟ ਦੇ ਵਿੱਚ ਜੋ ਪੋਲੀਨੋਮੀਅਲ ਹੈਗਾ ਹੈ ਉਹ ਆਪਾਂ ਨੂੰ ਗਿਵਨ ਆ 3x + 1 ਤੇ ਇਹਦੇ ਨਾਲ ਹੀ ਆਪਾਂ ਨੂੰ ਵੈਲਿਊ ਦਿੱਤੀ ਹੋਈ ਆ x ਦੀ ਵੈਲਿਊ ਹੈਗੀ ਆ -1/3 ਮਤਲਬ ਜਿੱਥੇ ਵੀ x ਆ ਉੱਥੇ ਆਪਾਂ -1/3 ਭਰਨਾ ਹੈ ਤੇ ਚੈੱਕ ਕਰਕੇ ਦੱਸਣਾ ਹੈ ਕਿ ਇਹ ਵੈਲਿਊ ਇਹਦੀ 0 ਹੈਗੀ ਆ 0 ਪੋਸੀਬਲ ਹੈਗੀ ਆ ਜਾਂ ਨਹੀਂ ਉਹਦੇ ਲਈ ਦੇਖੋ ਆਪਾਂ ਕੀ ਕਰਾਂਗੇ ਜਿੱਥੇ ਪੋਲੀਨੋਮੀਅਲ ਦੇ ਵਿੱਚ x ਆ ਤੇ ਆਪਾਂ x ਦੀ ਵੈਲਿਊ ਭਰਤੀ -1/3 x 3 ਲਿਖਿਆ ਗਿਆ 3 ਦੇ ਨਾਲ x ਤੇ x ਦੀ ਵੈਲਿਊ ਲਿਖਤੀ -1/3 ਇਹ ਮਲਟੀਪਲਾਈ ਹੋਣਗੇ ਦੈਨ +1 ਹੁਣ ਇੱਥੇ ਦੇਖੋ ਵੀ 3 is cancelled with 3 then first term is -1 and +1 -1 और +1 it is 0 ਤਾਂ ਹੁਣ ਇੱਥੇ ਦੇਖੋ ਜਦੋਂ ਆਪਾਂ ਨੇ ਪੋਲੀਨੋਮੀਅਲ ਨੂੰ ਸੋਲਵ ਕੀਤਾ ਤਾਂ ਆਨਸਰ ਕੀ ਆ ਗਿਆ 0 ਤਾਂ ਇੱਥੋਂ ਬਿਲਕੁਲ ਕਲੀਅਰ ਹੋ ਗਿਆ ਕਿ -1/3 is x is equal to -1/3 is 0 of polynomial px which is 3x + 1 ਇਸ ਤਰ੍ਹਾਂ ਆਪਾਂ ਨੇ ਚੈੱਕ ਕਰਕੇ ਵੈਰੀਫਾਈ ਕਰਕੇ ਦੱਸਣਾ ਹੈ ਕਿ ਕਿਹੜੀ ਵੈਲਿਊ ਪੋਲੀਨੋਮੀਅਲ ਦੀ 0 ਦੇ ਨਾਲ ਇੰਡੀਕੇਟ ਕੀਤੀ ਹੋਈ ਆ ਬਿਲਕੁਲ ਸੇਮ ਵੀ ਆਪਾਂ ਨੂੰ ਮਿਲਦਾ ਤੁਹਾਨੂੰ ਸਾਰਿਆਂ ਨੂੰ ਸਮਝ ਤਾਂ ਲੱਗ ਗਿਆ ਹੋਊਗਾ ਪਰ ਫਿਰ ਵੀ ਆਪਾਂ ਹੁਣ ਥੋੜੀ ਜਿਹੀ ਸਪੀਡ ਦੇ ਨਾਲ ਸਾਰੇ ਕੁਐਸਚਨ ਸੋਲਵ ਕਰ ਲਈਏ ਦੇਖੋ ਕੁਐਸਚਨ ਨੰਬਰ 2 ਸੈਕੰਡ ਕੁਐਸਚਨ ਦੇ ਵਿੱਚ ਆਪਾਂ ਨੂੰ ਜੋ ਪੋਲੀਨੋਮੀਅਲ ਆ ਉਹ ਗਿਵਨ ਆ 5x - π
ਤੇ ਇਹਦੇ ਵਿੱਚ ਜੋ x ਦੀ ਵੈਲਿਊ ਆਪਾਂ ਨੇ ਫਿਲ ਕਰਨ ਨੂੰ ਦਿੱਤੀ ਗਈ ਆ ਉਹ ਹੈਗੀ ਆ 4/5। ਹੁਣ ਇਹਦੇ ਵਿੱਚ ਦੇਖੋ ਵੀ ਜਦੋਂ ਆਪਾਂ ਨੇ x ਦੀ ਥਾਂ ਤੇ ਲਿਖ ਦੇਣਾ ਹੈ 4/5 ਸੇਮ 5 multiply by 4/5 minus pi 5 is cancelled then 4 minus pi ਸੋਲਵ ਕਰਾਂਗੇ 4 minus pi ਦੇਖੋ ਇੱਥੇ ਪਾਈ ਦੀ ਵੈਲਿਊ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈਗੀ ਫਿਲ ਕਰਨ ਦੀ 22.7 ਇੱਥੋਂ ਹੀ ਕਲੀਅਰ ਆ ਵੀ ਜੇ ਪਾਈ ਦੀ ਵੈਲਿਊ ਵੀ ਭਰ ਦਾਂਗੇ ਤਾਂ ਵੀ ਇਹਨੂੰ ਸੋਲਵ ਕਰਕੇ ਆਨਸਰ 0 ਨਹੀਂ ਆਊਗਾ ਤਾਂ ਆਪਾਂ ਇੱਥੋਂ ਲਿਖ ਸਕਦੇ ਹਾਂ x is equal to 4/5 is not a zero of px ਇਸ ਕੇਸ ਦੇ ਵਿੱਚ ਜੋ ਇੰਡੀਕੇਟਡ ਵੈਲਿਊ ਦਿੱਤੀ ਹੋਈ ਆ ਉਹ ਪੋਲੀਨੋਮੀਅਲ ਦੀ 0 ਨਹੀਂ ਹੈਗੀ ਸੇਮ ਵੀ ਕੁਐਸਚਨ ਨੰਬਰ 3 ਤੇ ਜਿਹੜਾ ਥਰਡ ਕੁਐਸਚਨ ਆ ਉਹਦੇ ਚ ਆਪਾਂ ਨੂੰ px ਗਿਵਨ ਸੀ x² -1 ਤੇ ਇਸ ਵਾਰੀ ਵੀ x ਦੀਆਂ ਵੈਲਿਊਜ਼ ਗਿਵਨ ਨੇ 1 ਐਂਡ -1 ਇਹਦਾ ਮਤਲਬ ਇਹ ਹੋਇਆ ਇਸ ਵਾਰੀ ਆਪਾਂ ਨੇ ਦੋ ਵੈਲਿਊਜ਼ ਭਰ ਕੇ ਦੇਖਣੀਆਂ ਨੇ ਵੀ ਦੋਨਾਂ ਦੇ ਵਿੱਚੋਂ ਕਿਹੜੀ ਇਹਦੀ ਪੋਸੀਬਲ 0 ਹੈਗੀ ਆ ਹੁਣ ਦੇਖੋ ਸਭ ਤੋਂ ਪਹਿਲਾਂ ਆਪਾਂ ਲੈਣੇ ਆ x ਦੀ ਵੈਲਿਊ 1 when x is equal to 1 ਪੋਲੀਨੋਮੀਅਲ ਦੇ ਵਿੱਚ ਜਿੱਥੇ ਵੀ x ਆ ਆਪਾਂ x ਦੀ ਥਾਂ ਤੇ 1 ਲਿਖਾਂਗੇ p of 1 is equal to square of 1 minus 1 it is 1 minus 1 ਤੇ ਸੋਲਵ ਕਰਕੇ ਕਿੰਨਾ ਆ ਗਿਆ 0 ਇਹਦਾ ਮਤਲਬ ਵੀ ਜਿਹੜਾ 1 ਆ ਪੋਜ਼ਿਟਿਵ 1 ਉਹ ਇਸ ਪੋਲੀਨੋਮੀਅਲ ਦੇ ਲਈ 0 ਹੈਗੀ ਆ ਹੁਣ ਇਦਾਂ ਹੀ ਆਪਾਂ ਨੇ ਚੈੱਕ ਕਰਨਾ ਹੈ -1 ਆਪਾਂ ਉਹਨੂੰ ਵੀ ਇੱਕ ਵਾਰੀ ਚੈੱਕ ਕਰ ਲਈਏ ਪਹਿਲਾਂ ਦੋਨੇ ਹੀ ਚੈੱਕ ਕਰ ਲੈਂਦੇ ਆ ਫਿਰ ਲਿਖ ਦਾਂਗੇ ਦੇਖੋ ਨੈਕਸਟ ਸੀਗੀ ਜਦੋਂ ਆਪਾਂ x ਦੀ ਵੈਲਿਊ ਭਰਾਂਗੇ -1 ਤੇ ਇਸ ਵਾਰੀ ਪੋਲੀਨੋਮੀਅਲ ਦੇ ਵਿੱਚ x ਦੀ ਥਾਂ ਤੇ ਆਪਾਂ -1 ਲਿਖਣ ਲੱਗੇ ਆ ਤੇ ਪੋਲੀਨੋਮੀਅਲ ਸੀ x ਦਾ ਸਕੁਅਰ ਮੀਨਸ -1 ਦਾ ਸਕੁਅਰ ਆਫ -1 ਜਦੋਂ -1 ਦਾ ਸਕੁਅਰ ਕਰਦੇ ਆ -1 into -1 ਤਾਂ ਉਹ ਬਣ ਗਿਆ +1 ਐਂਡ 1 -1 ਤਾਂ ਇਹਨੂੰ ਵੀ ਸੋਲਵ ਕਰਕੇ ਆ ਗਿਆ 0 ਤੇ ਇੱਥੇ ਦੇਖੋ ਵੀ ਜਦੋਂ ਆਪਾਂ ਨੇ x ਦੇ ਵਿੱਚ 1 ਭਰਿਆ ਤਾਂ ਆਨਸਰ ਆ ਗਿਆ 0 ਤੇ ਜਦੋਂ ਆਪਾਂ ਨੇ x ਦੀ ਵੈਲਿਊ ਭਰੀ -1 ਤਾਂ ਵੀ ਆਨਸਰ ਆ ਗਿਆ 0 ਤੇ ਇੱਥੇ ਆਪਾਂ ਕਹਿ ਸਕਦੇ ਹਾਂ 1 ਐਂਡ -1 are zeros of polynomial px ਤਾਂ ਇੱਥੇ ਵੀ ਇਹ ਦੋਨੇ ਵੈਲਿਊਜ਼ ਜੋ ਦਿੱਤੀਆਂ ਹੋਈਆਂ ਸੀ 1 ਔਰ -1 ਇਸ ਪੋਲੀਨੋਮੀਅਲ ਦੀਆਂ ਜ਼ੀਰੋਜ਼ ਹੈਗੀਆਂ ਨੇ ਇਸ ਤੋਂ ਅੱਗੇ ਵੀ ਕੁਐਸਚਨ ਨੰਬਰ 4 फोर्थ क्वेश्चन ਦੇ ਵਿੱਚ ਆਪਣੇ ਕੋਲ ਜੋ px ਗਿਵਨ ਹੈ ਉਹ ਹੈ x +1 ਐਂਡ x -2 ਇਸ ਵਾਰੀ ਫਿਰ ਆਪਾਂ ਨੂੰ x ਦੀਆਂ ਜੋ ਵੈਲਿਊਜ਼ ਗਿਵਨ ਨੇ -1 ਔਰ 2 ਤਾਂ ਆਪਾਂ ਨੇ ਇਹਨਾਂ ਦੋਨਾਂ ਨੂੰ ਫਿਲ ਕਰਕੇ ਚੈੱਕ ਕਰਨਾ ਹੈ ਕਿ ਇਹ ਪੋਸੀਬਲ ਹੈਗੀਆਂ ਨੇ ਜ਼ੀਰੋਜ਼ ਜਾਂ ਨਹੀਂ ਸਭ ਤੋਂ ਪਹਿਲਾਂ ਆਪਾਂ x ਦੀ ਵੈਲਿਊ ਭਰਾਂਗੇ -1 ਪੋਲੀਨੋਮੀਅਲ ਦੇ ਵਿੱਚ x ਦੀ ਥਾਂ ਤੇ ਜਦੋਂ -1 ਲਿਖਾਂਗੇ ਤਾਂ ਇਹ ਬਣ ਗਿਆ -1 +1 ਦੇਖੋ ਜਿੱਥੇ x ਸੀ ਉੱਥੇ ਆਪਾਂ ਲਿਖਤਾ -1 ਅੱਗੇ +1 ਸੇਮ ਟੂ ਸੇਮ ਲਿਖਿਆ ਗਿਆ ਸੈਕੰਡ ਫੈਕਟਰ ਦੇ ਵਿੱਚ x ਦੀ ਥਾਂ ਤੇ -1 ਐਂਡ -2 ਪਹਿਲਾਂ ਆਪਾਂ ਫਸਟ ਬ੍ਰੈਕਟ ਨੂੰ ਸੋਲਵ ਕਰਦੇ ਹਾਂ -1 ਔਰ +1 ਸੋਲਵ ਹੋ ਕੇ ਬਣ ਗਿਆ 0 -1 ਔਰ -2 ਤਾਂ ਸੋਲਵ ਹੋ ਕੇ ਬਣ ਗਿਆ -3 0 ਨੂੰ -3 ਨਾਲ ਮਲਟੀਪਲਾਈ ਕੀਤਾ ਤਾਂ ਇਹ ਆਨਸਰ ਸੋਲਵ ਹੋ ਕੇ ਆ ਗਿਆ 0 ਇਹਦਾ ਮਤਲਬ -1 ਪੋਲੀਨੋਮੀਅਲ ਦੀ 0 ਹੈਗੀ ਆ ਸੇਮ ਵੀ ਹੁਣ ਆਪਾਂ x ਦੀ ਵੈਲਿਊ ਫਿਲ ਕਰਨੀ ਆ 2 ਜਦੋਂ x ਦੀ ਵੈਲਿਊ 2 ਫਿਲ ਕਰਾਂਗੇ ਪੋਲੀਨੋਮੀਅਲ ਦੇ ਵਿੱਚ x ਦੀ ਥਾਂ ਤੇ ਲਿਖਿਆ ਜਾਊਗਾ 2 x +1 ਦੈਨ ਆਪਾਂ ਲਿਖ ਦਾਂਗੇ 2 + 1 ਇੱਥੇ ਸੀ x -2 ਤਾਂ ਸੈਕੰਡ ਫੈਕਟਰ ਦੇ ਵਿੱਚ ਲਿਖਾਂਗੇ 2 -2 ਇੱਥੇ ਫਿਰ ਦੇਖੋ 2 + 1 3 ਬਣ ਗਿਆ ਤੇ 2 -2 0 ਤੇ ਮਲਟੀਪਲਾਈ ਹੋ ਕੇ ਆਨਸਰ ਓਵਰਆਲ ਕੀ ਬਣ ਗਿਆ 0 ਤੇ ਇੱਥੇ ਆਪਾਂ ਫਿਰ ਕਹਿ ਸਕਦੇ ਹਾਂ ਕਿ -1 and 2 are zeros of polynomial px ਇਹ ਸੀ ਵੀ ਕੁਐਸਚਨ ਨੰਬਰ 4 ਮੈਨੂੰ ਲੱਗਦਾ ਵੀ ਬਿਲਕੁਲ ਈਜ਼ੀ ਕੁਐਸਚਨ ਨੇ ਸਾਰਿਆਂ ਨੂੰ ਸਮਝ ਲੱਗ ਗਏ ਹੋਣਗੇ ਚਲੋ ਹੁਣ ਆਪਾਂ ਕੁਐਸਚਨ ਨੰਬਰ 5 ਸੋਲਵ ਕਰ ਲਈਏ क्वेश्चन नंबर 5 ਇਹਦੇ ਚ ਆਪਣੇ ਕੋਲ ਜੋ ਪੋਲੀਨੋਮੀਅਲ ਆ ਉਹ ਆਪਾਂ ਨੂੰ ਗਿਵਨ ਆ x² ਤੇ ਨਾਲ ਜੋ ਇੰਡੀਕੇਟਡ ਵੈਲਿਊ ਆ ਸਿਰਫ ਇਸ ਵਾਰੀ ਇੱਕ ਵੈਲਿਊ ਦਿੱਤੀ ਹੋਈ ਆ ਉਹ ਹੈਗੀ ਆ 0 ਤੇ ਦੇਖੋ ਵੀ ਜਦੋਂ ਪੋਲੀਨੋਮੀਅਲ ਦੇ ਵਿੱਚ x ਦੀ ਥਾਂ ਤੇ 0 ਪਾਵਾਂਗੇ ਤਾਂ ਸਕੁਅਰ ਆਫ 0 ਇਜ਼ 0 ਜਮਾ ਹੀ ਈਜ਼ੀ ਸੀ ਇੱਥੇ ਆਪਾਂ ਨੂੰ ਪਤਾ ਲੱਗ ਗਿਆ x = 0 ਇਜ਼ 0 ਆ ਪੋਲੀਨੋਮੀਅਲ px ਇਹਦਾ ਮਤਲਬ 0 ਹੀ ਇਸ ਪੋਲੀਨੋਮੀਅਲ ਦੀ 0 ਆ ਜਦੋਂ ਪੋਲੀਨੋਮੀਅਲ ਚ 0 ਭਰਦੇ ਆ ਤਾਂ ਸੋਲਵ ਹੋ ਕੇ ਪੋਲੀਨੋਮੀਅਲ ਦੀ ਵੈਲਿਊ ਵੀ 0 ਬਣ ਜਾਂਦੀ ਆ ਤੇ ਨੈਕਸਟ ਵੀ ਕੁਐਸਚਨ ਨੰਬਰ
सिक्स्थ क्वेश्चन ਦੇ ਵਿੱਚ ਵੀ ਬਿਲਕੁਲ ਸਿੰਪਲ ਕੁਐਸਚਨ ਹੋ ਵੀ, ਪਰ ਇਸ ਦੇ ਵਿੱਚ ਵੀ ਵੇਰੀਏਬਲ ਦੀ ਥਾਂ ਤੇ ਕਾਂਸਟੈਂਟ ਦੀ ਥਾਂ ਤੇ ਵੀ ਇਸ ਵਾਰੀ lm ਯੂਜ਼ ਕੀਤੇ ਹੋਏ ਨੇ। ਤੇ ਇਕੁਏਸ਼ਨ ਸੀਗੀ px ਦੀ lx + m, ਤੇ ਇਸ ਦੇ ਵਿੱਚ ਆਪਾਂ ਨੇ ਜੋ ਵੈਲਿਊ ਚੈੱਕ ਕਰਨੀ ਹੈ x ਦੀ ਫਿਲ ਕਰਨੀ ਹੈ ਉਹ ਹੈਗੀ -m/l। ਸੇਮ ਵੀ ਜਿਵੇਂ ਆਪਾਂ ਪਹਿਲਾਂ ਵਾਲੇ ਕੁਐਸਚਨ ਕੀਤੇ ਨੇ, ਜਿੱਥੇ ਵੀ x ਹੋਊਗੀ ਉੱਥੇ ਆਪਾਂ ਨੇ m/l ਨੈਗੇਟਿਵ ਲਿਖਣਾ ਹੈ। ਪੋਲੀਨੋਮੀਅਲ ਦੇ ਵਿੱਚ x ਦੀ ਥਾਂ ਤੇ ਲਿਖਾਂਗੇ -m/l। ਤਾਂ ਦੇਖੋ ਵੀ l ਜਿੱਥੇ x ਸੀ ਲਿਖਾਂਗੇ -m/l + m, ਤੇ ਜਿਵੇਂ ਆਪਾਂ ਪਹਿਲਾਂ ਵੀ ਕੀਤਾ ਸੀ ਦੇਖੋ ਇਹ ਤਾਂ ਕਲੀਅਰ ਹੈ ਨਾ, l ਤੇ l ਦੋਨੇ ਆਪਸ ਦੇ ਵਿੱਚ ਕੀ ਹੋ ਜਾਣਗੇ ਕੈਂਸਲ, ਤੇ ਫਸਟ ਟਰਮ ਦੇ ਵਿੱਚ ਰਹਿ ਗਿਆ -m ਤੇ ਸੈਕੰਡ ਟਰਮ ਹੈਗੀ +m, ਤਾਂ ਦੋਨੇ ਸੋਲਵ ਹੋ ਕੇ ਕੀ ਬਣ ਗਈਆਂ 0। ਤਾਂ ਇੱਥੋਂ ਦੇਖੋ ਆਪਾਂ ਨੂੰ ਇਹ ਪਤਾ ਲੱਗ ਗਿਆ ਕਿ -m/l is 0 of px। ਇਹ ਕੇਸ ਦੇ ਵਿੱਚ ਵੀ ਜੋ ਆਪਾਂ ਨੂੰ x ਦੀ ਵੈਲਿਊ ਦਿੱਤੀ ਹੋਈ ਸੀ ਉਹ px ਦੀ ਇੱਕ 0 ਆ। ਉਸ ਤੋਂ ਅੱਗੇ ਵੀ ਨੈਕਸਟ ਕੁਐਸਚਨ ਦੇ ਵਿੱਚ ਸੀ px, ਇਹਦੇ ਵਿੱਚ ਆਪਾਂ ਨੂੰ px ਗਿਵਨ ਆ 3x² - 1, ਤੇ x ਦੀਆਂ ਵੈਲਿਊਜ਼ ਆਪਾਂ ਫਿਲ ਕਰਨੀਆਂ ਨੇ -1/√3 ਐਂਡ 2/√3। ਦੇਖੋ ਵੀ ਵੈਸੇ ਕੁਐਸਚਨ ਇਹ ਵੀ ਬਿਲਕੁਲ ਸਿੰਪਲ ਤੇ ਈਜ਼ੀ ਆ, ਪਰ ਮੈਂ ਦੇਖਿਆ ਨਾ ਸਟੂਡੈਂਟਸ ਨੂੰ ਕੀ ਹੁੰਦਾ ਕਈ ਵਾਰ ਉਹ ਰੂਟ ਵਾਲੀ ਟਰਮ ਦੇ ਕੇ ਥੋੜਾ ਜਿਹਾ ਉਹ ਕਰ ਲੈਂਦੇ ਨੇ ਵੀ ਸ਼ਾਇਦ ਬਹੁਤ ਔਖਾ ਕੁਐਸਚਨ ਆ ਗਿਆ। ਆਪਾਂ ਦੇਖੋ ਬਿਲਕੁਲ ਸੇਮ ਉਵੇਂ ਸੋਲਵ ਕਰਾਂਗੇ, ਬਹੁਤ ਈਜ਼ੀ ਕੁਐਸਚਨ ਆ। ਇਹਦੇ ਚ ਆਪਾਂ ਨੇ ਕੀ ਕਰਨਾ ਹੈ, ਜਿੱਥੇ ਵੀ x ਆ ਪਹਿਲਾ ਪਾਰਟ ਉੱਥੇ x ਦੀ ਥਾਂ ਤੇ ਆਪਾਂ ਲਿਖਾਂਗੇ -1/√3। ਦੇਖੋ x ਦੀ ਵੈਲਿਊ ਆਪਾਂ ਭਰਨ ਲੱਗੇ ਆ -1/√3। ਪੋਲੀਨੋਮੀਅਲ ਦੇ ਵਿੱਚ x ਦੀ ਥਾਂ ਤੇ -1/√3 ਲਿਖਣਾ ਹੈ ਆਪਾਂ ਨੇ, ਤਾਂ ਕੀ ਆ ਜਾਊਗਾ 3 -1/√3 ਸਾਰੇ ਦਾ ਹੀ, ਕਿਉਂਕਿ x ਦਾ ਸਕੁਅਰ ਸੀ ਤਾਂ ਜਿਹੜੀ x ਦੀ ਵੈਲਿਊ ਆ ਨਾ -1/√3 ਸਾਰੇ ਦਾ ਸਕੁਅਰ ਕਰਾਂਗੇ, ਉਸ ਤੋਂ ਅੱਗੇ ਮਾਈਨਸ ਪਾ ਕੇ ਆਪਾਂ ਨੇ ਕੀ ਲਿਖ ਦੇਣਾ 1। ਹੁਣ ਦੇਖੋ ਵੀ ਨੈਕਸਟ ਸਟੈਪ ਦੇ ਵਿੱਚ ਪਹਿਲਾਂ ਆਪਾਂ ਨੇ ਸਕੁਅਰ ਕਰਨਾ ਹੈ ਨਿਊਮੀਰੇਟਰ -1 ਦਾ ਵੀ ਤੇ √3 ਦਾ ਵੀ। ਤਾਂ ਆਪਣੇ ਕੋਲ ਜੋ px ਆ ਉਹਦੀ ਵੈਲਿਊ ਸੋਲਵ ਹੋ ਕੇ ਕੀ ਆ ਜਾਊਗੀ 3, ਤੇ ਬ੍ਰੈਕਟ ਦੇ ਵਿੱਚ ਜਦੋਂ ਆਪਾਂ -1 ਦਾ ਸਕੁਅਰ ਕੀਤਾ ਤਾਂ ਆਪਾਂ ਨੂੰ ਪਤਾ -1 ਦੇ ਨਾਲ -1 ਮਲਟੀਪਲਾਈ ਹੋ ਕੇ ਉਹ ਆਪਣੇ ਕੋਲ ਕੱਲਾ ਪੋਜ਼ਿਟਿਵ ਬਣ ਰਹਿ ਗਿਆ। ਸੇਮ √3 ਦਾ ਸਕੁਅਰ ਜਦੋਂ ਕਿਸੇ ਰੂਟ ਵਾਲੀ ਟਰਮ ਦਾ ਸਕੁਅਰ ਕਰਦੇ ਆ ਦੈਨ ਰੂਟ ਇਜ਼ ਕੈਂਸਲਡ, ਤਾਂ ਇਹ ਬਣ ਗਿਆ √3 ਨੂੰ ਜਾਂ ਤੁਸੀਂ ਕਹਿ ਲਓ √3 ਨਾਲ ਮਲਟੀਪਲਾਈ ਕੀਤਾ ਤਾਂ ਇੱਕ 3 ਰਹਿ ਗਿਆ, ਤਾਂ ਆਪਣੇ ਕੋਲ ਆ ਗਿਆ 1/3, ਤੇ ਲਾਸਟ ਦੇ ਵਿੱਚ ਸੀ -1। ਤਾਂ ਦੇਖੋ ਆਪਾਂ ਨੇ ਸਿਰਫ ਇਹ ਵਾਲੀ ਟਰਮ ਦਾ ਸਕੁਅਰ ਕਰਕੇ ਲਿਖਿਆ ਹੈ, ਤੇ ਇਹ ਆਪਾਂ ਪਹਿਲਾਂ ਵੀ ਕਰ ਚੁੱਕੇ ਆ। x 3 ਦੇ ਨਾਲ 3 ਕੀ ਹੋ ਗਿਆ ਕੈਂਸਲ, ਫਸਟ ਟਰਮ ਇਜ਼ 1 ਸੈਕੰਡ ਟਰਮ ਇਜ਼ -1, ਤੇ ਸੋਲਵ ਕਰਕੇ ਆ ਗਿਆ 0। ਤੇ ਇੱਥੇ ਆਪਾਂ ਨੂੰ ਇਹ ਪਤਾ ਲੱਗ ਗਿਆ ਕਿ -1/√3 is 0 of polynomial px। ਹੁਣ ਬਿਲਕੁਲ ਸੇਮ ਆਪਾਂ ਨੇ ਸੈਕੰਡ ਪਾਰਟ ਵੀ ਚੈੱਕ ਕਰਨਾ ਹੈ ਕਿ 2/√3 ਦੇ ਉੱਤੇ ਇਹਦੀ 0 ਬਣਦੀ ਹੈ ਜਾਂ ਨਹੀਂ। ਤਾਂ ਸੇਮ ਵੀ ਇਸੇ ਪੋਲੀਨੋਮੀਅਲ ਦੇ ਵਿੱਚ x ਦੀ ਥਾਂ ਤੇ ਹੁਣ ਆਪਾਂ ਨੇ 2/√3 ਭਰ ਦੇਣਾ ਹੈ, ਮਤਲਬ ਜਿੱਥੇ ਵੀ x ਆ ਇਹ ਸੀਗਾ ਪੋਲੀਨੋਮੀਅਲ ਤੇ ਆਪਾਂ ਲਿਖਾਂਗੇ p 2/√3। ਤਾਂ ਹੁਣ ਦੇਖੋ ਇੱਥੇ ਆਪਾਂ ਨੇ ਕੀ ਕੀਤਾ 3 ਦੇ ਨਾਲ 2/√3 ਦਾ ਕੀ ਲਿਖਾਂਗੇ ਸਕੁਅਰ, ਤੇ ਨਾਲ ਲਿਖਤਾ -1, ਤੇ ਸਕੁਅਰ ਕਰਨ ਦੇ ਨਾਲ ਕੀ ਹੋਇਆ 2 ਦਾ ਸਕੁਅਰ ਸੋਲਵ ਕੀਤਾ ਤੇ ਬਣ ਗਿਆ 4। ਸੇਮ ਵੀ ਹੁਣ √3 ਦਾ ਸਕੁਅਰ ਸੋਲਵ ਕਰਕੇ ਬਣ ਜਾਊਗਾ 3 ਐਂਡ -1। ਦੇਖੋ ਇੱਥੇ 3 ਦੇ ਨਾਲ 3 ਹੋ ਗਿਆ ਕੈਂਸਲ, ਤਾਂ ਆਪਣੇ ਕੋ ਆ ਗਿਆ 4 - 1 ਐਂਡ 4 - 1 ਇਜ਼ 3। ਤੇ ਹੁਣ ਇੱਥੇ ਵੈਲਿਊ 0 ਨਹੀਂ ਆਈ, ਜੇ 0 ਨਹੀਂ ਆਈ ਤਾਂ ਆਪਾਂ ਕੀ ਲਿਖਾਂਗੇ 2/√3 is not 0 of polynomial px। ਜ਼ਰੂਰੀ ਨਹੀਂ ਵੀ ਹਰੇਕ ਵੈਲਿਊ 0 ਹੋਵੇ, ਜੇ 0 ਨਾ ਆਵੇ ਤਾਂ ਲਿਖ ਦਾਂਗੇ is not a 0 of polynomial। ਤਾਂ ਹੁਣ ਦੇਖੋ ਜੋ 2 ਪੁਆਇੰਟ ਆਪਾਂ ਨੂੰ ਗਿਵਨ ਸੀ ਉਹਨਾਂ ਦੇ ਵਿੱਚੋਂ ਫਸਟ ਪੁਆਇੰਟ ਤਾਂ ਉਹਦੀ 0 ਬਣ ਗਈ, ਪਰ ਸੈਕੰਡ ਪੁਆਇੰਟ ਉਸ ਪੋਲੀਨੋਮੀਅਲ ਦੀ 0 ਨਹੀਂ ਹੈਗੀ, ਕਿਉਂਕਿ ਇਹ ਵੈਲਿਊ ਪੋਲੀਨੋਮੀਅਲ ਨੂੰ 0 ਨਹੀਂ ਬਣਾ ਸਕੀ। ਇਦਾਂ ਹੀ ਵੀ ਇਹਦਾ ਇੱਕ ਲਾਸਟ ਪਾਰਟ ਰਹਿ ਗਿਆ, ਉਹ ਵੀ ਆਪਾਂ ਹੁਣ ਸੋਲਵ ਕਰ ਦਿੰਨੇ ਆ। ਵੈਸੇ ਬਿਲਕੁਲ ਈਜ਼ੀ ਜਿਹਾ ਪਾਰਟ ਆ ਉਹ, ਦੇਖਿਓ ਇਹਦਾ ਲਾਸਟ ਪਾਰਟ ਸੀ ਪੋਲੀਨੋਮੀਅਲ px is equal to 2x + 1, ਤੇ ਇਹਦੇ ਵਿੱਚ x ਦੀ ਵੈਲਿਊ ਆਪਾਂ ਨੇ ਫਿਲ ਕਰਨੀ ਆ 1/2। ਸੇਮ ਜਦੋਂ x ਦੀ ਥਾਂ ਤੇ 1/2 ਭਰਾਂਗੇ ਤਾਂ 2x ਦੀ ਵੈਲਿਊ 1/2 ਐਂਡ +1 2 ਐਂਡ 2 ਇਜ਼ ਕੈਂਸਲ ਐਂਡ 1 + 1 ਇਜ਼ ਇਕੁਅਲ ਟੂ 2। ਇਹ ਤਾਂ ਇੱਥੇ ਵੀ 1/2 ਇਜ਼ ਨਾਟ 0 ਆਫ ਪੋਲੀਨੋਮੀਅਲ px, ਤਾਂ ਇੱਥੇ ਵੀ ਜਿਹੜਾ 1/2 ਆ ਉਹ ਆਪਣੇ ਪੋਲੀਨੋਮੀਅਲ px ਦੀ 0 ਨਹੀਂ ਬਣਿਆ।
ਤੇ ਇਹ ਸੀ ਵੀ ਆਪਣਾ ਪੂਰਾ ਥਰਡ ਪਾਰਟ। ਤੇ ਇਸ ਤੋਂ ਬਾਅਦ ਆਪਣਾ ਸਿਰਫ ਇੱਕ ਕੁਐਸਚਨ ਰਹਿ ਗਿਆ ਫੋਰਥ ਪਾਰਟ, ਆਪਾਂ ਉਹਨੂੰ ਵੀ ਹੁਣੇ ਇਹਦੇ ਨਾਲ ਹੀ ਸੋਲਵ ਕਰਦੇ ਹਾਂ। ਉਹ ਵੀ ਬਿਲਕੁਲ ਈਜ਼ੀ ਜਿਹਾ ਆਪਾਂ ਕੁਐਸਚਨ ਆ ਵੀ ਫੋਰਥ ਪਾਰਟ। ਤੇ ਇਹਦੇ ਫੋਰਥ ਪਾਰਟ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ, ਆਪਾਂ ਨੂੰ ਕਿਹਾ ਗਿਆ ਫਾਈਂਡ ਦਾ ਜ਼ੀਰੋਜ਼ ਆਫ ਦਾ ਪੋਲੀਨੋਮੀਅਲ ਇਨ ਦਾ ਈਚ ਕੇਸ। ਆਪਾਂ ਨੂੰ ਅੱਗੇ ਜੋ ਕੇਸ ਜਾਂ ਕਹ ਲਓ ਅੱਗੇ ਪਾਰਟ ਦਿੱਤੇ ਹੋਏ ਨੇ, ਹਰੇਕ ਪਾਰਟ ਦੇ ਵਿੱਚ ਜੋ ਪੋਲੀਨੋਮੀਅਲ ਦਿੱਤਾ ਹੋਇਆ ਆਪਾਂ ਉਹਦੀ ਜ਼ੀਰੋ ਫਾਈਂਡ ਕਰਨੀ ਹੈ। ਜਿਵੇਂ ਪਹਿਲਾਂ ਵੈਲਿਊਜ਼ ਦਿੱਤੀ ਹੋਈਆਂ ਸੀ, ਆਪਾਂ ਭਰ ਕੇ ਦੇਖਦੇ ਸੀ ਕਿ ਜ਼ੀਰੋ ਹੈਗੀ ਆ ਜਾਂ ਨਹੀਂ, ਜਿੱਤੇ ਵੈਲਿਊ ਜ਼ੀਰੋ ਆ ਜਾਂਦੀ ਸੀ ਉਹਨੂੰ ਆਪਾਂ ਜ਼ੀਰੋ ਲਿਖ ਦਿੰਦੇ ਸੀ। ਪਰ ਇਸ ਵਾਰੀ ਆਪਾਂ ਨੇ ਖੁਦ ਜ਼ੀਰੋ ਫਾਈਂਡ ਕਰਨੀ ਹੈ, ਦੱਸਣਾ ਹੈ ਵੀ ਇਹ ਪੋਲੀਨੋਮੀਅਲ ਦੀ ਇਹ ਵਾਲਾ ਪੁਆਇੰਟ ਜ਼ੀਰੋ ਹੋਊਗਾ। ਦੇਖੋ ਵੀ ਫਸਟ ਪੋਲੀਨੋਮੀਅਲ px is equal to x plus 5। देखो एक गल क्लीयर है, ਆਪਾਂ ਨੇ ਕੀ ਕਰਨਾ ਹੈ ਵੀ ਜ਼ੀਰੋ ਫਾਈਂਡ ਕਰਨੀ ਆ। ਤਾਂ ਤੁਹਾਨੂੰ ਪਤਾ ਹੈ ਵੀ ਸਾਰਿਆਂ ਨੂੰ ਜ਼ੀਰੋ ਕੀ ਹੁੰਦੀ ਆ, x ਦੀ ਉਹ ਵੈਲਿਊ ਜਦੋਂ ਪੋਲੀਨੋਮੀਅਲ ਦੇ ਵਿੱਚ ਭਰਾਂਗੇ ਤਾਂ ਪੋਲੀਨੋਮੀਅਲ ਦੀ ਵੈਲਿਊ ਸੋਲਵ ਹੋ ਕੇ ਜ਼ੀਰੋ ਬਣ ਜੂਗੀ। ਇਹਦਾ ਮਤਲਬ ਵੀ ਆਪਾਂ ਨੇ x ਦੀ ਉਹ ਵੈਲਿਊ ਕੱਢਣੀ ਆ ਜਿਹਦੇ ਲਈ ਇਹ ਜਿਹੜਾ ਪੋਲੀਨੋਮੀਅਲ px ਆ ਇਹ ਸੋਲਵ ਹੋ ਕੇ ਜ਼ੀਰੋ ਦੇ ਇਕੁਅਲ ਆ ਜਾਵੇ। ਤਾਂ ਆਪਾਂ ਕੀ ਕਰਾਂਗੇ ਵੀ ਜਿਹੜਾ ਗਿਵਨ ਪੋਲੀਨੋਮੀਅਲ ਸੀ ਨਾ x plus 5 ਉਹਨੂੰ ਕੀ ਕਰਨਾ ਹੈ ਜ਼ੀਰੋ ਦੇ ਇਕੁਅਲ ਰੱਖ ਲੈਣਾ ਹੈ ਤੇ ਇੱਥੋਂ x ਦੀ ਵੈਲਿਊ ਫਾਈਂਡ ਕਰਨੀ ਆ। ਦੇਖੋ ਜਦੋਂ x ਦੀ ਵੈਲਿਊ ਫਾਈਂਡ ਕਰਾਂਗੇ 5 ਨੇ ਜਦੋਂ ਸਾਈਡ ਚੇਂਜ ਕਰਨੀ ਹੈ ਤਾਂ ਜ਼ੀਰੋ ਦੇ ਵਿੱਚੋਂ ਕੀ ਹੋ ਜਾਊਗਾ ਮਾਈਨਸ, ਦੈਨ x is equal to -5। ਇਹ ਹੋ ਗਿਆ ਆਪਣਾ ਫਸਟ ਕੁਐਸਚਨ ਵੀ x ਦੀ ਵੈਲਿਊ -5। ਦੇਖੋ ਜਦੋਂ ਪੋਲੀਨੋਮੀਅਲ ਦੇ ਵਿੱਚ x ਦੀ ਤੇ -5 ਭਰਾਂਗੇ ਤਾਂ ਸੋਲਵ ਹੋ ਕੇ ਉਹਦੀ ਵੈਲਿਊ ਕੀ ਬਣ ਜਾਣੀ ਆ ਜ਼ੀਰੋ। ਸੇਮ ਵੀ ਇਹਦਾ ਸੈਕੰਡ ਪਾਰਟ, ਇਹ ਆਪਾਂ ਫੋਰਥ ਕੁਐਸਚਨ ਦਾ ਫਸਟ ਪਾਰਟ ਸੋਲਵ ਕੀਤਾ ਹੈ ਤੇ ਅੱਗੇ ਵੀ ਸੈਕੰਡ ਪਾਰਟ ਉਹ ਵੀ ਬਿਲਕੁਲ ਸੇਮ ਐਵੇਂ ਹੀ ਆ। ਤੇ ਉਹਦੇ ਚ ਸੀ ਪੋਲੀਨੋਮੀਅਲ x px is equal to x minus 5। ਸੇਮ ਆਪਾਂ ਨੇ ਜ਼ੀਰੋ ਫਾਈਂਡ ਕਰਨੀ ਆ ਤਾਂ ਆਪਾਂ ਨੇ ਕੀ ਕਰਨਾ ਹੈ ਪੋਲੀਨੋਮੀਅਲ ਨੂੰ ਕਿਹਦੇ ਇੱਕੋ ਲਿਖ ਦੇਣਾ ਹੈ ਜ਼ੀਰੋ ਦੇ, ਤੇ ਉੱਥੋਂ x ਦੀ ਵੈਲਿਊ ਫਾਈਂਡ ਕਰ ਦੇਣੀ ਆ। ਇਸ ਵਾਰੀ ਫਿਰ x minus 5 ਨੂੰ ਜਦੋਂ ਜ਼ੀਰੋ ਦੇ ਇੱਕੋ ਲਿਖਾਂਗੇ ਤਾਂ ਸੋਲਵ ਕਰਕੇ x ਦੀ ਵੈਲਿਊ ਕਿੰਨੀ ਆ ਜਾਊਗੀ 5। ਇਹ ਹੋ ਗਿਆ ਸੈਕੰਡ ਪਾਰਟ ਦਾ ਆਨਸਰ। ਇਸ px ਦੀ ਜੋ ਵੈਲਿਊ ਜ਼ੀਰੋ ਆ ਉਹ ਆਪਣੇ ਕੋਲ ਸੋਲਵ ਹੋ ਕੇ ਆ ਗਈ 5। ਸੇਮ ਵੀ ਕੁਐਸਚਨ ਨੰਬਰ 3 ਥਰਡ ਪਾਰਟ ਦੇ ਵਿੱਚ ਆਪਣੇ ਕੋਲ ਪੋਲੀਨੋਮੀਅਲ ਗਿਵਨ ਆ 2x plus 5। ਸੇਮ ਇਹਦੇ ਵਿੱਚ ਵੀ px ਨੂੰ ਜਦੋਂ ਆਪਾਂ ਜ਼ੀਰੋ ਦੇ ਇਕੁਅਲ ਲਿਖਾਂਗੇ ਤਾਂ ਆਪਾਂ 2x plus 5 ਨੂੰ ਜ਼ੀਰੋ ਦੇ ਇਕੁਅਲ ਲਿਖ ਦੇਣਾ ਹੈ। ਹੁਣ ਇਹਨੂੰ ਇੱਕ ਮਿੰਟ ਧਿਆਨ ਨਾਲ ਦੇਖਿਓ ਵੀ ਸਭ ਤੋਂ ਪਹਿਲਾਂ 5 ਦੂਸਰੀ ਸਾਈਡ ਤੇ ਜਾਊਗਾ ਤਾਂ ਆਪਣੇ ਕੋਲ ਕੀ ਰਹਿ ਗਿਆ 2x, ਜ਼ੀਰੋ ਦੇ ਵਿੱਚੋਂ 5 ਮਾਈਨਸ ਹੋ ਜਾਊਗਾ, ਦੈਨ 5 is ਨੈਗੇਟਿਵ। ਤੇ ਹੁਣ x ਦੀ ਵੈਲਿਊ ਫਾਈਂਡ ਕਰਨ ਲਈ 2 ਤੇ x ਮਲਟੀਪਲਾਈ ਹੁੰਦੇ ਨੇ ਤਾਂ 2 ਉਧਰ ਜਾ ਕੇ ਡਿਵਾਈਡ ਹੋ ਜਾਊਗਾ ਤਾਂ ਆਪਾਂ ਲਿਖ ਸਕਦੇ ਹਾਂ x is equal to -5 divided by 2। ਤਾਂ ਇੱਥੇ ਦੇਖੋ ਵੀ ਸੋਲਵ ਕਰਨ ਤੋਂ ਬਾਅਦ ਜੋ x ਦੀ ਵੈਲਿਊ ਆਈ ਆ ਉਹ ਆ ਗਈ -5/2। ਇਹ ਸੀ ਵੀ ਆਪਣਾ ਪਾਰਟ ਥਰਡ। ਸੇਮ ਵੀ ਫੋਰਥ ਪਾਰਟ ਦੇ ਵਿੱਚ ਆਪਾਂ ਸੋਲਵ ਕਰਾਂਗੇ px is equal to 3x minus 2। ਸੇਮ px ਨੂੰ ਜਦੋਂ ਜ਼ੀਰੋ ਦੇ ਇਕੁਅਲ ਲਿਖਿਆ ਤਾਂ ਆਪਾਂ 3x minus 2 ਨੂੰ ਜ਼ੀਰੋ ਦੇ ਇਕੁਅਲ ਕਰਤਾ 3x। 2 ਇਸ ਵਾਰੀ ਨੈਗੇਟਿਵ ਆ ਤੇ ਦੂਸਰੀ ਸਾਈਡ ਤੇ ਜਾ ਕੇ ਜ਼ੀਰੋ ਦੇ ਵਿੱਚ ਪਲੱਸ ਹੋ ਕੇ ਬਣ ਗਿਆ 2, ਦੈਨ x is equal to 2/3। ਤਾਂ ਇਸ ਪਾਰਟ ਦੇ ਵਿੱਚ ਜੋ x ਦੀ ਵੈਲਿਊ ਆ ਜਾਂ ਕਹ ਲਓ ਪੋਲੀਨੋਮੀਅਲ ਦੀ ਜੋ ਜ਼ੀਰੋ ਆ ਉਹ ਸੋਲਵ ਹੋ ਕੇ ਆਪਣੇ ਕੋਲ ਆ ਗਈ 2/3। ਤੇ ਨੈਕਸਟ ਵੀ ਫਿਫਥ ਪਾਰਟ, ਇਹ ਬਿਲਕੁਲ ਈਜ਼ੀ ਜਿਹਾ ਪਾਰਟ ਆ ਗਿਆ। ਇਹ ਸੀਗਾ ਆਪਣੇ ਕੋਲ 3x, ਪਰ ਕਈ ਵਾਰ ਕਨਫਿਊਜ਼ ਵੀ ਕਰ ਦਿੰਦਾ ਵੀ ਇਹ ਪਾਰਟ। ਸੇਮ ਉਵੇਂ ਕਰਨਾ, ਆਪਾਂ ਕੁਝ ਨਵੀਂ ਚੀਜ਼ ਨਹੀਂ ਕਰਨੀ। ਆਪਾਂ ਨੇ ਜੋ ਪੋਲੀਨੋਮੀਅਲ ਸੀ ਕਿਉਂਕਿ ਜ਼ੀਰੋ ਫਾਈਂਡ ਕਰਨੀ ਹੈ, ਪੋਲੀਨੋਮੀਅਲ ਨੂੰ ਜ਼ੀਰੋ ਦੇ ਇਕੁਅਲ ਲਿਖ ਦੇਣਾ ਹੈ ਤਾਂ ਆਪਾਂ 3x ਨੂੰ ਜ਼ੀਰੋ ਦੇ ਇਕੁਅਲ ਲਿਖਾਂਗੇ। ਹੁਣ ਦੇਖੋ ਇੱਥੋਂ ਆਪਾਂ x ਦੀ ਵੈਲਿਊ ਕੱਢਣੀ ਆ ਤਾਂ ਕਲੀਅਰ ਆ ਜੋ 3 ਆ ਇਧਰ ਮਲਟੀਪਲਾਈ ਹੁੰਦਾ ਤੇ 3 ਨੇ ਉਧਰ ਜਾ ਕੇ ਜ਼ੀਰੋ ਦੇ ਨਾਲ ਡਿਵਾਈਡ ਹੋ ਜਾਣਾ ਹੈ ਤਾਂ ਬਣ ਗਿਆ x is equal to 0.3। ਤਾਂ ਸੋਲਵ ਕਰਕੇ ਆਪਾਂ ਇਹਨੂੰ ਕੀ ਲਿਖ ਸਕਦੇ ਹਾਂ, ਦੈਨ x is 0। ਤਾਂ ਇਸ ਪੋਲੀਨੋਮੀਅਲ ਦੀ ਜ਼ੀਰੋ ਵੀ ਜ਼ੀਰੋ ਹੀ ਹੋਊਗੀ। ਜਦੋਂ ਇਹ ਚ ਜ਼ੀਰੋ ਭਰਾਂਗੇ ਇਹ ਸਿਰਫ ਉਦੋਂ ਹੀ ਜ਼ੀਰੋ ਬਣੂਗਾ, ਉਹ ਤੋਂ ਬਿਨਾਂ ਚ ਤੁਸੀਂ ਹੋਰ ਜੋ ਮਰਜ਼ੀ x ਦੀ ਵੈਲਿਊ ਭਰ ਲਓ ਇਹ ਕਦੇ ਵੀ ਜ਼ੀਰੋ ਨਹੀਂ ਬਣੂਗਾ। ਤਾਂ ਇਹਦੀ ਜ਼ੀਰੋ ਕੀ ਹੋਗੀ 0। ਸੇਮ ਵੀ ਕੁਐਸਚਨ ਨੰਬਰ 6th, ਸੇਮ ਇਹਦੇ ਨਾਲ ਮਿਲਦਾ ਜੁਲਦਾ ਹੀ ਆ ਵੀ ਇਹਦੇ ਚ ਬਸ 3 ਦੀ ਥਾਂ ਤੇ ਆਪਣੇ ਕੋਲ ਹੈਗਾ a। ਸੇਮ ਉਵੇਂ ਸੋਲਵ ਕਰਾਂਗੇ। px ਨੂੰ ਆਪਾਂ ਨੇ 0 ਦੇ ਇਕੁਅਲ ਲਿਖਣਾ ਹੈ ਤਾਂ ax ਵੀ 0 ਦੇ ਇਕੁਅਲ ਲਿਖਿਆ ਜਾਊਗਾ ਤਾਂ x ਦੀ ਵੈਲਿਊ 0 ਦੇ ਨਾਲ a ਡਿਵਾਈਡ ਹੋ ਜਾਊ, ਦੈਨ x is equal to again 0। ਇਹਦੇ ਵਿੱਚ ਵੀ x ਦੀ ਵੈਲਿਊ 0 ਭਰਾਂਗੇ ਤਾਂ ਸੋਲਵ ਹੋ ਕੇ ਆਨਸਰ ਕੀ ਆ ਜਾਊਗਾ 0। ਤੇ ਇਸ ਤੋਂ ਬਾਅਦ ਵੀ ਆਪਣਾ ਲਾਸਟ ਪਾਰਟ px is equal to cx plus d। ਇਹਦੇ ਵਿੱਚ ਵੀ ਆਪਾਂ ਨੇ 0 ਫਾਈਂਡ ਕਰਨੀ ਆ। ਦੇਖੋ ਸੇਮ ਉਮੀ ਜਦੋਂ ਆਪਾਂ px ਨੂੰ 0 ਦੇ ਇਕੁਅਲ ਲਿਖ ਦਾਂਗੇ ਤਾਂ cx plus d ਆ ਜਿਹੜਾ ਉਹ 0 ਦੇ ਇਕੁਅਲ ਲਿਖਿਆ ਜਾਊਗਾ। ਇਥੋਂ cx ਦੀ ਵੈਲਿਊ ਸੋਲਵ ਹੋ ਕੇ -d ਤੇ x ਦੀ ਵੈਲਿਊ -d/c
C आ जाऊगी। देखो D पॉजिटिव C उधर जाके माइनस होगी, C X ਦੇ ਨਾਲ ਮਲਟੀਪਲਾਈ ਹੁੰਦੀ ਹੈ ਤੇ ਇੱਥੇ ਜਦੋਂ ਡਿਵਾਈਡ ਹੋ ਜਾਊਗੀ ਤਾਂ ਆਪਾਂ ਲਿਖਤਾ D/C। ਇਹ ਸੀਗਾ ਵੀ ਆਪਣਾ ਕੰਪਲੀਟ ਹੋ ਗਿਆ ਇਹਦੇ ਨਾਲ ਹੀ ਆਪਣਾ ਫੋਰਥ ਪਾਰਟ। ਤੇ ਮੈਨੂੰ ਲੱਗਦਾ ਵੀ ਇਹ ਜਿਹੜੀ ਐਕਸਰਸਾਈਜ਼ ਆਪਾਂ ਨੇ ਅੱਜ ਕੀਤੀ ਆ 2.2 ਬਹੁਤ ਸੌਖੀ ਸੀ, ਸਾਰਿਆਂ ਨੂੰ ਸਮਝ ਲੱਗੀ ਹੋਊਗੀ। ਇਹ ਰਿਲੇਟਡ ਦਾ ਇਹ ਸੀ ਵੀ ਪੋਲੀਨੋਮੀਅਲ ਦੀ ਜ਼ੀਰੋਜ਼ ਦੇ ਨਾਲ ਰਿਲੇਟਡ, ਜ਼ੀਰੋਜ਼ ਆਫ ਏ ਪੋਲੀਨੋਮੀਅਲ। ਮੈਨੂੰ ਲੱਗਦਾ ਵੀ ਤੁਹਾਨੂੰ ਸਾਰਿਆਂ ਨੂੰ ਸਮਝ ਲੱਗ ਗਿਆ ਹੋਊਗਾ। ਇਸ ਤੋਂ ਬਾਅਦ ਜੋ ਨੈਕਸਟ ਵੀਡੀਓ ਆ ਉਹਦੇ 'ਚ ਆਪਾਂ ਨੈਕਸਟ ਐਕਸਰਸਾਈਜ਼ ਕਰਾਂਗੇ ਤੇ ਨੈਕਸਟ ਐਕਸਰਸਾਈਜ਼ ਰਿਮਾਈਂਡਰ ਥਿਊਰਮ ਦੇ ਨਾਲ ਰਿਲੇਟਡ ਆ। ਚਲੋ ਉਹਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਹੀ ਡਿਸਕਸ ਕਰਾਂਗੇ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਤੇ ਲੇਟੈਸਟ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਣ। ਧੰਨਵਾਦ।